ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਮਹਾਰਾਜ ਨੇ ਸਾਨੂੰ ਫਰਮਾਨ ਕੀਤਾ ਹੈ, ਕਿਆ ਬਗ ਬਪੜਾ ਛਪੜੀ ਨਾ ਆਏ, ਕਿਚੜ ਡੁੱਬੇ ਮੈਲ ਨਾ ਜਾਏ। ਜਦੋਂ ਹੰਸ ਆਪ ਦਾ ਖਜ਼ਾਨਾ ਲੱਭਦੇ ਨੇ, ਸਰਵਰ ਦੇ ਵਿੱਚ ਹੀਰੇ ਮੋਤੀਆਂ ਦੀ ਭਾਲ ਕਰਦੇ ਨੇ, ਤਰਦੇ ਨੇ, ਲੰਮੀਆਂ ਲੰਮੀਆਂ ਚਾਲਾਂ ਚੱਲਦੇ ਨੇ, ਉਹਨਾਂ ਨੂੰ ਦੇਖ ਕੇ ਤੇ ਬਗਲਿਆਂ ਨੂੰ ਵੀ ਚਾਅ ਆਉਂਦਾ ਵੀ ਜਿਵੇਂ ਇਹ ਹੰਸ ਸਰਵਰ ਦੇ ਵਿੱਚ ਆਨੰਦ ਮਾਣ ਰਹੇ ਆ, ਕਿਉਂ ਨਾ ਅਸੀਂ ਵੀ ਇਹਨਾਂ ਦੀ ਚਾਲ ਚੱਲੀਏ। ਹੰਸ ਦੀ ਚਾਲ ਵੇਖ ਵੇਖ ਕੇ ਬਗਲਾ ਉਹਦੀ ਰੀਸ ਕਰਦਾ, ਪਰ ਮਹਾਰਾਜ ਨੇ ਇੱਕ ਕੁਦਰਤੀ ਤੌਰ 'ਤੇ ਹੰਸ ਦੇ ਵਿੱਚ ਕਾਫੀ ਗੁਣ ਪਾਏ ਨੇ। ਇੱਕ ਗੁਣ ਤਾਂ ਉਹਦੀ ਚੁੰਝ ਵਿੱਚ ਪਾਇਆ ਹੈ ਕਿ ਜਦੋਂ ਉਹ ਆਪਦੀ ਚੁੰਝ ਦੁੱਧ ਦੇ ਵਿੱਚ ਪਾਉਂਦਾ ਹੈ ਤੇ ਉਹ ਦੁੱਧ ਦੇ ਵਿਚਲਾ ਜਿਹੜਾ ਪਾਣੀ ਹੈ ਉਹ ਅਲੱਗ ਹੋ ਜਾਂਦਾ, ਦੁੱਧ ਅਲੱਗ ਹੋ ਜਾਂਦਾ, ਫਟ ਜਾਂਦਾ। ਦੂਜਾ, ਜਿਹੜੀ ਹੰਸ ਦੀ ਚਾਲ ਹੈ ਉਹ ਕਰੀਬਨ ਸਿਆਣਿਆਂ ਨੇ 300 ਮੀਲ ਤੱਕ ਮੰਨੀ ਹੈ ਕਿ ਹੰਸ ਜੇਕਰ ਚੱਲੇ 300 ਮੀਲ ਤੱਕ ਲਗਾਤਾਰ ਚੱਲ ਸਕਦਾ। ਤੀਜਾ ਉਹਦਾ ਗੁਣ ਇਹ ਦੱਸਿਆ ਗਿਆ ਕਿ ਹੰਸ ਜਿਹੜਾ ਹੈ ਉਹ ਹੀਰੇ ਮੋਤੀ ਚੁਗਦਾ, ਔਰ ਪਾਣੀ ਦੇ ਵਿੱਚ ਉਹ ਆਪਦਾ ਬੜੀ ਸਹਿਜ ਦੇ ਨਾਲ ਇੱਕ ਅਲੱਗ ਰੂਪ ਧਾਰਨ ਕਰਕੇ ਚੱਲਦਾ। ਦੂਜਾ ਜਿਹੜਾ ਬਗਲਾ ਹੈ, ਵਿਖਣ ਨੂੰ ਤਾਂ ਹੰਸ ਵਰਗਾ ਹੀ ਹੈ, ਪਰ ਇੱਕ ਤਾਂ ਉਹਦੀ ਜਿਹੜੀ ਚਾਲ ਹੈ ਉਹ 2.5 ਜਾਂ 3 ਮੀਲ ਦੀ ਹੈ। ਹੰਸ ਦੇ ਵਿੱਚ ਹੀਰੇ ਮੋਤੀ ਚੁੱਗ ਕੇ ਉਹਨਾਂ ਨੂੰ ਖਾਣ ਦੇ ਪਹੁੰਚਾਉਣ ਦੀ ਜਿਹੜੀ ਸਮਰੱਥਾ ਹੁੰਦੀ ਹੈ। ਜਿਹੜਾ ਬਗਲਾ ਹੈ, ਨਾ ਤਾਂ ਉਹ ਹੀਰੇ ਮੋਤੀ ਚੁਗ ਸਕਦਾ, ਅਤੇ ਜੇ ਚੁਗ ਵੀ ਲਵੇ ਤਾਂ ਉਹ ਖਾ ਕੇ ਪਚਾ ਨਹੀਂ ਸਕਦਾ। ਉਹ ਡੱਡੀ, ਮੱਛੀ ਜੀ ਜਾਂ ਵਿੱਚ ਕੋਈ ਮਾਸ ਵਾਲੀਆਂ ਚੀਜ਼ਾਂ ਨੇ ਉਹ ਛਪੜੀ 'ਚੋਂ ਚੁਗਦਾ। ਚੌਥਾ, ਵੀ ਉਹਦੀ ਦ੍ਰਿਸ਼ਟੀ 'ਚ ਦੁਬਦਾ ਹੁੰਦਾ ਉਹ ਵੀ ਪਾਣੀ 'ਚ ਹੀ ਹੈ, ਤੈਰ ਉਹ ਵੀ ਲੈਂਦਾ, ਹੰਸ ਦੀ ਰੀਸ ਕਰਦਾ। ਇਸੇ ਤਰੀਕੇ ਜਦੋਂ ਇਹ ਸਰਵਰ ਕਿਹਾ ਗਿਆ, ਉਹਨਾਂ ਦੀ ਦੁਨਿਆਵੀ ਉਦਾਹਰਨ ਦੇ ਕੇ, ਜੋ ਇਹ ਖਾਲੀ ਖਿਲਾ ਦੇ ਵਿੱਚ ਆ ਸਾਰਾ ਸਾਫ਼, ਇਹ ਸਾਡਾ ਘਰ ਹੈ, ਸੁਖ ਮਹਿਲ ਹੈ। ਆਹ ਜਿਹੜਾ ਸਾਹਮਣੇ ਤੁਸੀਂ ਆਕਾਰ ਵੇਖਦੇ ਹੋ, ਇਸ ਆਕਾਰ ਦੇ ਵਿੱਚ ਅਤੇ ਤੁਹਾਡੇ ਫਾਸਲੇ ਦੇ ਵਿੱਚ ਜੋ ਇਹ ਸਪੇਸ ਹੈ, ਇਹ ਸੋਨਾ ਖਾਲੀ ਖਿਲਾ ਹੈ, ਇਹਦੇ ਵਿੱਚ ਪ੍ਰਕਾਸ਼, ਉਹ ਪ੍ਰਕਾਸ਼ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ, ਜਮੀ ਜਮਾਨ ਕੇ ਸਮਸਤ ਬਿਖੈ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਵੱਡ ਹੋਤ ਹੈ। ਧਰਤੀ ਅਤੇ ਅਸਮਾਨ ਦੇ ਵਿਚਕਾਰ ਇੱਕ ਜੋਤ ਹੈ, ਪ੍ਰਕਾਸ਼ ਹੈ, ਜੋ ਨਾ ਵੱਧਦਾ ਨਾ ਘੱਟਦਾ, ਸਦਾ ਥਿਰ ਰਹਿੰਦਾ। ਜਿਹਨੂੰ ਨਾਮਦੇਵ ਜੀ ਨੇ ਕਿਹਾ ਵੀ ਇਹੀ ਪ੍ਰਕਾਸ਼ ਸਾਡੇ ਹਿਰਦੇ ਵਿੱਚ, ਮਨ ਵਿੱਚ, ਤਨ ਵਿੱਚ ਹੈ। ਕਹਿੰਦੇ ਸੋ ਤੁਮ ਹੀ ਮੈਂ ਬਸੇ ਨਿਰੰਤਰ, ਨਾਨਕ ਦਰ ਪੰਨਿਆਈ। ਜਿਵੇਂ ਸ਼ੀਸ਼ਾ ਹੈ, ਕਹਿੰਦੇ ਉਸ ਤਰੀਕੇ ਤੁਹਾਡੇ ਅੰਤਰਗਤ ਤੋਂ ਵੱਸਦਾ। ਹੁਣ ਇਸ ਪ੍ਰਕਾਸ਼ ਦੇ ਵਿੱਚ ਸਾਡੇ ਮਨ ਨੇ ਤੈਰਨਾ, ਅਤੇ ਜਦੋਂ ਮਨ ਸਿੱਖਿਆ ਲੈ ਕੇ ਗੁਰੂ ਦੇ ਬਚਨਾਂ ਨੂੰ ਕਮਾ ਕੇ, ਪਹਿਲੋਂ ਗਿਆਨ ਦੁਆਰਾ, ਵਾਹਿਗੁਰੂ ਸ਼ਬਦ ਦੁਆਰਾ, ਅਕਥ ਕਥਾ ਦੇ ਗਿਆਨ ਦੁਆਰਾ ਆਪਦੇ ਮਨ ਨੂੰ ਧੋਪ ਕੇ ਸੰਗਤ ਸੇਵਾ ਭਾਵਨਾ ਦੇ ਵਿੱਚ ਤਨ ਮਨ ਧਨ ਸਮਰਪਣ ਕਰਕੇ, ਔਰ ਜਿਵੇਂ ਉਹਦੀ ਸਹਿਜ ਸਹਿਜ ਭਗਤੀ ਵੱਧਦੀ ਆ, ਸਵਾਸਾਂ ਦਾ ਧਨ ਵੱਧਦਾ ਹੈ, ਉਹਨੂੰ ਅਨਹਦ ਬਾਣੀ ਦੀ ਦਾਤ ਮਿਲਦੀ ਹੈ। ਫਿਰ ਜਦੋਂ ਅਨਹਦ ਬਾਣੀ ਦੇ ਵਿੱਚ ਮਨ ਉਹਨੂੰ ਸੁਣ ਸੁਣ ਕੇ ਆਪ ਦਾ ਸ਼ਿੰਗਾਰ ਕਰਦਾ ਹੈ, ਉਹਨਾਂ ਅਨਹਦ ਵਾਜਿਆਂ ਨੂੰ ਆਪਦੇ ਮਨ 'ਚ ਵਸਾਉਂਦਾ ਹੈ, ਤਾਂ ਫਿਰ ਉਹਨੂੰ ਅੰਮ੍ਰਿਤ ਰਸ ਦੀ ਦਾਤ ਦਿੱਤੀ ਜਾਂਦੀ, ਜੋ ਸਾਡੇ ਮਨ ਦੀ ਖੁਰਾਕ ਹੈ। ਅੰਮ੍ਰਿਤ ਰਸ ਦੀ ਦਾਤ ਮਿਲਣ 'ਤੇ ਮਨ ਪੂਰਨ ਸਹਿਜ ਅਤੇ ਸ਼ਿੰਗਾਰ ਵਸ ਪੈ ਜਾਂਦਾ। ਉਸ ਤੋਂ ਬਾਅਦ ਫਿਰ ਜਿਹੜੀ ਦਰ ਤੋਂ ਜਿਸ ਘਰ ਦੇ ਵਿੱਚੋਂ ਇਹ ਸਾਰਾ ਖਜ਼ਾਨਾ ਨਿਕਲਦਾ,
ਅਕਾਲ ਪੁਰਖ ਦਾ ਘਰ ਜਿਹਨੂੰ ਜੋਤ ਕਿਹਾ ਜਾਂਦਾ, ਪ੍ਰਕਾਸ਼ ਕਿਹਾ ਜਾਂਦਾ ਹੈ, ਸ਼ਿੰਗਾਰ ਕਰਦਾ ਹੋਇਆ ਮਨ ਸਹਿਜ ਸੁਭਾਅ ਹੀ ਆਪਦੀ ਮੰਜ਼ਿਲ ਪੜਾਅ ਤੈਅ ਕਰਦਾ ਉਹਨਾਂ ਪ੍ਰਕਾਸ਼ ਦੇ ਸੋਮਿਆਂ ਵਿੱਚ ਚਲਾ ਜਾਂਦਾ। ਫਿਰ ਉਹ ਜਦੋਂ ਇੱਥੇ ਦੁਨਿਆਵੀ ਤੌਰ 'ਤੇ ਐਸੇ ਮਨ ਆਉਂਦੇ ਨੇ, ਉਹਨਾਂ ਨੂੰ ਹੰਸ ਕਿਹਾ ਜਾਂਦਾ। ਹੰਸ ਜਾਂ ਪਰਮਹੰਸ। ਪਰਮਹੰਸ ਉਹ ਹੋ ਗਏ ਜਿਹੜੇ ਸਦੀਵੀ ਪ੍ਰਕਾਸ਼ ਦੇ ਵਿੱਚ ਸਮਾਏ ਬੈਠੇ ਨੇ, ਜਿਨ੍ਹਾਂ ਨੇ ਨਾਦ ਦੇ ਰਾਹੀਂ ਸਫ਼ਰ ਨੂੰ ਪਾਰ ਕਰਕੇ ਤੇ ਸੱਚ ਦੇ ਵਿੱਚ ਆਸਣ ਲਾ ਲਿਆ। ਹੰਸ ਉਹ ਨੇ ਜੋ ਸਫ਼ਰ ਕਰਦੇ ਪਏ ਨੇ ਤੇ ਸੱਚ ਦੇ ਹਜੇ ਦਰਸ਼ਨ ਕਰਦੇ ਪਏ ਨੇ। ਹੀਰੇ ਮੋਤੀ ਨੇ ਜਿਹੜੇ ਨਾਮ ਦਾ ਧੁਨ ਚੱਲਦੀ ਹੈ, ਵਿੱਚੋਂ ਅੰਮ੍ਰਿਤ ਰਸ ਦੇ ਹੀਰੇ ਮੋਤੀ ਉਹ ਚੁਗਦੇ ਨੇ। ਗੁਰ ਸਾਗਰ ਰਤਨੀ ਭਰਪੂਰੇ। ਉਹ ਕਿਹੜਾ ਗੁਰੂ ਦਾ ਸਾਗਰ, ਜਿਹੜੀ ਸਾਨੂੰ ਸਾਧ ਸੰਗਤ ਦੇ ਵਿੱਚ ਜਾ ਕੇ ਤਰੀਕਾ ਸਮਝ ਆਉਂਦਾ। ਜਦੋਂ ਉਸ ਤਰੀਕੇ ਨੂੰ ਅਪਣਾ ਕੇ ਅਸੀਂ ਆਪਦੇ ਮਨ ਦੀ ਖੋਜ, ਸਾਹਮਣੇ ਖਾਲੀ ਖਲਾ ਦੀ ਖੋਜ ਸ਼ੁਰੂ ਕਰ ਦਿੰਦੇ ਹਾਂ, ਅਤੇ ਇਹਦੇ ਵਿੱਚ ਸਤਿਗੁਰ ਦਾ ਸਾਗਰ ਹੈ, ਉਹ ਪ੍ਰਕਾਸ਼ ਰੂਪ ਅੰਮ੍ਰਿਤ ਰੂਪ ਸਾਗਰ ਹੈ, ਪ੍ਰਕਾਸ਼ ਰੂਪੀ ਅੰਮ੍ਰਿਤ ਦਾ ਸਾਗਰ ਹੈ। ਉਹਦੇ ਵਿੱਚ ਰਤਨ ਨੇ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਪਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਇਹਦੇ ਵਿੱਚੋਂ ਸੰਤ ਜਿਹੜੇ ਮਨ ਨੇ ਉਹ ਆਪਦੀ ਚੋਗ ਚੁਗਦੇ ਨੇ। ਚੋਗ ਕਿਵੇਂ ਚੁਗੀ ਜਾਂਦੀ ਹੈ? ਜਿਵੇਂ ਅਸੀਂ ਸ਼ਬਦ ਦੀ ਕਮਾਈ ਕਰਦੇ ਹਾਂ, ਗਿਆਨ ਦਾ ਤੋਸਾ ਲੈਂਦੇ ਹਾਂ, ਅਤੇ ਸਾਡੀ ਦ੍ਰਿਸ਼ਟੀ ਪਰਪੱਖ ਹੁੰਦੀ ਜਾਂਦੀ ਹੈ, ਅਤੇ ਦ੍ਰਿਸ਼ਟੀ ਦੀ ਚੋਗ ਚੁਗਦੇ ਹਾਂ ਅਸੀਂ। ਸਾਡਾ ਧਿਆਨ, ਦ੍ਰਿਸ਼ਟੀ ਜਦੋਂ ਸਾਹਮਣੇ ਗੁਰੂ ਸਾਗਰ ਦੇ ਵਿੱਚ ਜਾਂਦਾ ਹੈ, ਉੱਥੋਂ ਫਿਰ ਰਤਨਾਂ ਦੀ ਅਸੀਂ ਚੋਗ ਚੁਗਨੇ ਹਾਂ। ਉਸ ਪ੍ਰਕਾਸ਼ ਸੱਚ ਦੀ ਸੇਵਾ ਕਰਕੇ ਅਸੀਂ ਚੋਗ ਚੁਗਨੇ ਹਾਂ। ਉਹਦੇ ਵਿੱਚੋਂ ਪ੍ਰਕਾਸ਼ ਰੂਪੀ ਅੰਮ੍ਰਿਤ ਦੀ ਅਸੀਂ ਚੋਗ ਚੁਗਨੇ ਹਾਂ। ਜੋ ਉਹਦੇ ਵਿੱਚ ਨਾਮ ਦਾ ਨਿਧਾਨ ਚੱਲਦਾ ਪਿਆ, ਉਹਦੀ ਚੋਗ ਚੁਗਨੇ ਹਾਂ। ਅਤੇ ਉਹਦੇ ਚੋਗ ਚੁਗਦੇ ਹੋਏ ਹੰਸ ਰੂਪੀ ਮਨ ਬਣ ਕੇ ਸਰੀਰ ਵਿੱਚ ਅਸੀਂ ਖੇਲਦੇ ਹੋਏ ਕਰਮ ਕਰਦੇ, ਇੱਧਰੋਂ ਦ੍ਰਿਸ਼ਟੀ ਸੱਚ ਦੇ ਵਿੱਚ ਰੱਖ ਕੇ ਅਸੀਂ ਚੱਲਦੇ ਹਾਂ। ਅਤੇ ਹੰਸ ਜਿਹੜੇ ਨੇ ਉਹ ਤੈਰਦੇ ਹੋਏ ਆਪਦੇ ਜੀਵਨ ਦੀ ਬਾਜੀ ਜਿੱਤਦੇ ਆ। ਸੱਚ ਨਾਮ ਦੀ ਸੇਵਾ ਕਰਦੇ ਹੋਏ ਆਪਦੀ ਬਾਜੀ ਜਿੱਤਦੇ ਆ। ਅਤੇ ਉਹਨਾਂ ਨੂੰ ਹੰਸ ਤਾਂ ਕਹਿ ਦਿੱਤਾ ਹੈ ਕਿਉਂਕਿ ਉਹਨਾਂ ਨੇ ਪ੍ਰਕਾਸ਼ ਰੂਪੀ ਸਾਗਰ ਦੀ ਖੋਜ ਕਰ ਲਈ। ਇਸੇ ਤਰੀਕੇ ਹੀ ਉਹ ਫਿਰ ਜਿਹੜੇ ਸਾਗਰ ਵਿੱਚ ਗੁਰਮੁਖ ਹੰਸ ਰਹਿੰਦੇ ਨੇ, ਨਾਮਦਾਨ ਦੀ ਚੋਗ ਚੁਗਦੇ ਆ, ਉਸੇ ਦਾ ਹੀ ਭੇਤ ਉਹ ਦੁਨਿਆਵੀ ਤੌਰ 'ਤੇ ਵੀ ਆ ਕੇ ਜੋ ਭੁੱਲੇ ਹੋਏ ਜੀਵ ਨੇ, ਜਿਨ੍ਹਾਂ ਨੂੰ ਹਜੇ ਦ੍ਰਿਸ਼ਟੀ ਦਾ, ਸੱਚ ਦਾ, ਨਾਮ ਦਾ, ਇਹ ਸੂਖਮ ਦਾ ਭੇਤ ਨਹੀਂ ਉਹਨਾਂ ਨੂੰ ਦਿੰਦੇ ਆ। ਜਦੋਂ ਇਹ ਸਾਰੀ ਕਹਾਣੀ ਬਗਲੇ ਵੇਖਦੇ ਨੇ, ਉਹਨਾਂ ਦੇ ਮਨ 'ਚ ਵੀ ਚਾਉ ਪੈਦਾ ਹੁੰਦਾ। ਹੰਸਾਂ ਵੇਖ ਤਰੰਦੇ ਆ, ਬੱਗਾਂ ਵੀ ਆਇਆ ਚਾਉ। ਉਹਨਾਂ ਦੇ ਮਨ 'ਚ ਚਾਉ ਪੈਦਾ ਹੁੰਦਾ ਵੀ ਅਸੀਂ ਵੀ ਤੈਰਨਾ ਚਾਹੁੰਦੇ ਹਾਂ। ਹੁਣ ਜਦੋਂ ਹੰਸ ਆ ਕੇ ਇੱਥੇ ਆਪਦਾ ਪੂਰਨ ਭੇਤ ਦਿੰਦੇ ਆ ਵੀ ਕਿਸ ਤਰੀਕੇ ਤੁਸੀਂ ਇਸ ਦੇਹੀ ਨੂੰ ਛੱਡਣਾ ਹੈ, ਕਿਵੇਂ ਤੁਸੀਂ ਇਸ ਚਿੱਕੜ ਦੀ ਛਪੜੀ ਨੂੰ, ਕਿਆ ਬੱਗ ਬਪੜਾ ਛਪੜੀ ਨਾਏ, ਕਿਚੜ ਡੁੱਬੇ ਮੈਲ ਨਾ ਜਾਏ। ਭਾਵ ਇਸ ਤ੍ਰੈਗੁਣ ਨੂੰ, ਇਸ ਸਰੀਰ ਨੂੰ, ਇਹਨਾਂ 9 ਦਰਵਾਜ਼ਿਆਂ ਨੂੰ ਛਪੜੀ ਕਹਿ ਦਿੱਤਾ ਹੈ। ਇਹਨਾਂ ਨੂੰ ਛੱਡਣਾ ਕਿਵੇਂ ਆ, ਉਹ ਤਰੀਕਾ ਜੁਗਤ ਕੀ ਹੈ, ਦੁਨਿਆਵੀ ਤੌਰ 'ਤੇ ਸਮਝਾਉਂਦੇ ਆ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਸੱਚ ਦੀ ਸੇਵਾ ਕਰਕੇ ਉਹਦੇ ਵਿੱਚੋਂ ਰਤਨ ਨਾਮ ਲੈ ਕੇ ਅਤੇ ਪ੍ਰਵਾਨ ਹੋ ਕੇ ਸਦੀਵੀ ਉਹਨਾਂ ਦੇ ਸੁਹਾਗਣ ਬਣ ਕੇ ਉਹਨਾਂ ਦੇ ਦਰ 'ਤੇ ਬੈਠਣਾ। ਇਹ ਬਗਲੇ ਜਿਹੜੇ ਆ ਇਹ ਰੀਸ ਕਰਦੇ ਆ, ਕਿਉਂਕਿ ਮਹਾਰਾਜ ਨੇ ਕਿਹਾ ਉਹਦੇ ਦਰ ਦੇ ਉੱਪਰ ਜਿੱਥੇ ਉਹਦਾ ਪ੍ਰਕਾਸ਼ ਚੱਲਦਾ ਪਿਆ, ਉਹਦੇ ਭਗਤ ਤਾਂ ਉਸ ਦਰ ਦੇ ਉੱਪਰ ਉਹ ਸੱਚ ਦੀ ਸੇਵਾ ਕਰਕੇ ਸਦੀਵੀ ਪ੍ਰਵਾਨ ਹੋ ਗਏ ਆ, ਪਰ ਉਸ ਦਰ ਦੇ ਉੱਪਰ ਉਸ ਪ੍ਰਕਾਸ਼ ਦੇ ਸਨਮੁਖ ਮਹਾਰਾਜ ਕਹਿੰਦੇ ਅਨੇਕਾਂ ਨਾਦ, ਵਾਜੇ, ਸ਼ਬਦ ਵੱਜਦੇ ਪਏ ਆ। ਪੌਣ ਪਾਣੀ ਬਸੰਤਰ ਉਸ ਦਰ ਦੇ ਉੱਤੇ ਮੌਜੂਦ ਹੋ ਕੇ ਉਸ ਪ੍ਰਕਾਸ਼ ਦੇ ਸਨਮੁਖ ਆ। ਕਾਲ, ਮਾਇਆ, ਧਰਮਰਾਜ, ਚਿੱਤਰਗੁਪਤ ਉਸ ਪ੍ਰਕਾਸ਼ ਦੇ ਦਰ ਦੇ ਉੱਪਰ ਸਨਮੁਖ ਹੋ ਕੇ ਮਹਾਰਾਜ ਦੀ ਸੇਵਾ ਕਰਦੇ ਪਏ। ਸੋ ਜਦੋਂ ਫਿਰ ਬਗਲੇ ਹੁੰਦੇ ਆ ਅਤੇ ਬਗਲੇ ਫਿਰ ਯਤਨ ਕਰਦੇ ਆ। ਹੁਣ ਜੋ ਬਗਲੇ ਦੀ ਦ੍ਰਿਸ਼ਟੀ ਹੈ, ਬੇਸ਼ੱਕ ਕਿਉਂਕਿ ਪੌਣ ਪਾਣੀ ਬਸੰਤਰ ਵੀ ਪ੍ਰਕਾਸ਼ ਦੇ ਸਨਮੁਖ ਹੈ, ਕਾਲ ਵੀ ਪ੍ਰਕਾਸ਼ ਦੇ ਸਨਮੁਖ ਹੈ, ਅਤੇ ਉਹ ਤਰੀਕੇ ਤ੍ਰਿਬਧ ਕਰਕੇ ਜੁਗਤ ਭੁਗਤ ਉਹਨਾਂ ਦੀ ਰੀਸ ਕਰਨ ਦੇ ਮਾਰੇ ਜਦੋਂ ਇਹ ਸਾਗਰ ਦੀ ਖੋਜ ਕਰਦੇ ਆ, ਅਤੇ ਮਹਾਰਾਜ ਕਹਿੰਦੇ ਸਾਗਰ ਦੇ ਵਿੱਚ ਕੋਈ ਪਹੁੰਚ ਵੀ ਜਾਵੇ ਪਰ ਉਹਦੀ ਜਿਹੜੀ ਸੋਚ ਹੈ ਉਹ ਉਹਨੂੰ ਨੀਵਾਂ ਡੇਗਦੀ। ਮੈਂ ਜਿਵੇਂ ਦੱਸਿਆ ਵੀ ਸਾਗਰ ਦੇ ਵਿੱਚ ਹੰਸ ਵੀ ਹੈ, ਬਗਲਾ ਵੀ ਹੈ, ਪਰ ਉਸ ਸਾਗਰ ਦੇ ਵਿੱਚੋਂ ਹੰਸ ਕੀ ਚੋਗ ਚੁਗਦਾ, ਬਗਲਾ ਕੀ ਚੋਗ ਚੁਗਦਾ, ਇਹਦੇ ਉੱਪਰ ਉਹਨਾਂ ਦਾ ਨਿਰਧਾਰਨ ਹੁੰਦਾ। ਫਿਰ ਹੁਣ ਜਿਹੜਾ ਬਗਲਾ ਹੈ ਉਹਨੂੰ
ਇਹ ਤਾਂ ਭੇਤ ਨਹੀਂ ਕਿ ਹਰ ਟਾਈਮ ਇਸ ਸਾਗਰ ਦੇ ਵਿੱਚ ਸਮਾਏ ਰਹਿਣਾ। ਇਹਦੇ ਵਿੱਚੋਂ ਨਾਮ ਦੀ ਚੋਗ ਕਿਵੇਂ ਚੁਗਣੀ ਹੈ, ਇਹਦੇ ਵਿੱਚੋਂ ਗੁਣਾਂ ਦਾ ਆਧਾਰ ਲੈ ਕੇ ਦ੍ਰਿਸ਼ਟੀ ਨੂੰ ਨਿਰਮਲ ਕਿਵੇਂ ਕਰਨਾ ਹੈ, ਬੋਲਾਂ ਨੂੰ ਨਿਰਮਲ ਕਿਵੇਂ ਕਰਨਾ ਹੈ। ਉਹ ਫਿਰ ਜੋਗ ਮਤ ਨਾਲ, ਤ੍ਰਿਬਦ ਮਤ ਨਾਲ, ਸ਼ਬਦ ਗੁਰੂ ਤੋਂ ਪਾਸੇ ਹਟ ਕੇ, ਗੁਰਬਾਣੀ ਗੁਰੂ ਤੋਂ ਪਾਸੇ ਹਟ ਕੇ, ਕਿਉਂਕਿ ਉਹਨਾਂ ਵਿੱਚ ਹੱਠ ਹੁੰਦਾ ਹੈ, ਇਸ ਅਨਹਦ ਬਾਣੀ ਦੇ ਸੋਮਿਆਂ ਤੋਂ ਪਾਸੇ ਹਟ ਕੇ ਆਪਦੇ ਤਰੀਕਿਆਂ ਦੇ ਨਾਲ ਇਹਦੇ ਵਿੱਚੋਂ ਚੋਗ ਚੁਗਣ ਦੀ ਕੋਸ਼ਿਸ਼ ਕਰਦੇ ਆ। ਅਤੇ ਜਿਵੇਂ ਹੁਣ ਹੰਸ ਨੂੰ ਜਦੋਂ ਪਛਾਣ ਹੋ ਗਈ, ਉਹਨੂੰ ਚੋਗ ਦੀ ਪਛਾਣ ਹੋ ਗਈ, ਉਹਦੀ ਤਾਂ 24 ਘੰਟੇ ਇਹਦੇ ਵਿੱਚ ਲਿਵ ਜੁੜ ਜਾਂਦੀ ਹੈ। ਉਹਦੇ ਤੋਂ ਕਦੇ ਇਹ ਸਰਵਰ, ਇਹ ਪ੍ਰਕਾਸ਼ ਮਾਲਕ ਵਿਸਰਦਾ ਨਹੀਂ। ਉਹ ਚਾਹੇ ਦਿਨੇ ਵੇਖੇ ਦੁਨਿਆਵੀ ਤੌਰ 'ਤੇ ਜਿਹੜਾ ਦਿਨ ਹੈ, ਚਾਹੇ ਦੁਨਿਆਵੀ ਤੌਰ 'ਤੇ ਰਾਤ ਹੈ, ਚਾਹੇ ਉਹ ਇਸ ਤਨ ਵਿੱਚ ਰਹਿ ਕੇ ਦੇਖੇ, ਚਾਹੇ ਇਸ ਤਨ ਦੀਆਂ ਅੱਖਾਂ ਬੰਦ ਕਰਕੇ ਸਨਮੁਖ ਰਵੇ, ਚਾਹੇ ਅੰਤਰਗਤ ਰਵੇ, 24 ਘੰਟੇ ਉਹ ਸਮਾਇਆ ਰਹਿੰਦਾ ਹੈ। ਪਰ ਜਿਹੜਾ ਬਗਲਾ ਹੈ, ਉਹਦੀ ਇੰਨੀ ਚਾਲ ਨਹੀਂ ਹੈਗੀ। ਉਹ ਕਿਤੇ ਕੋਈ ਜੁਗਤ ਲਾ ਕੇ, ਕੋਈ ਤਰੀਕਾ ਲਾ ਕੇ, ਜੇ ਕੋਈ ਮਾੜਾ ਮੋਟਾ ਸਰਵਰ ਤੱਕ ਪਹੁੰਚੇਗਾ ਵੀ, ਦਰ ਤੱਕ ਪਹੁੰਚੇਗਾ ਵੀ, ਅਤੇ ਸਤਿਗੁਰੂ ਦੀ ਦ੍ਰਿਸ਼ਟੀ ਪਛਾਣ ਕੇ ਦਰ 'ਤੇ ਚੱਲ ਕੇ ਸਾਨੂੰ ਪ੍ਰਕਾਸ਼ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਆ। ਪਰ ਅੱਗੋਂ ਸਤਿਗੁਰ ਦਰ ਨਹੀਂ ਖੋਲ੍ਹਦੇ। ਦਰ ਖੋਲ੍ਹ ਕੇ ਉਹਨੂੰ ਅੰਦਰ ਨਹੀਂ ਬੁਲਾਉਂਦੇ। ਅੰਦਰ ਬੁਲਾ ਕੇ ਉਹਨੂੰ ਸਹਿਜ ਸੁਭਾਅ ਉਸ ਪ੍ਰਕਾਸ਼ ਦੇ ਸੋਮਿਆਂ ਦੇ ਵਿੱਚੋਂ ਨਾਮ ਦੀ ਨਿਧਾਨ ਨਹੀਂ ਚੁਗਣ ਦਿੰਦੇ। ਕਿਉਂਕਿ ਇਹ ਸੱਚ ਨਾਮ ਦੇ ਪ੍ਰਕਾਸ਼ ਨੂੰ ਮਾਲਕ ਕਹਿੰਦੇ ਕਾਲ ਵੀ ਵੇਖ ਰਿਹਾ, ਪੌਣ ਪਾਣੀ ਬਸੰਤਰ ਵੇਖ ਰਹੇ, ਪਰ ਦਰ 'ਤੇ ਖੜ੍ਹ ਕੇ ਦੇਖ ਰਹੇ ਆ। ਦਰ ਨੂੰ ਖੋਲ੍ਹ ਕੇ ਮਾਲਕ ਉਹਨਾਂ ਨੂੰ ਅੱਗੇ ਨਹੀਂ ਬੁਲਾਉਂਦਾ। ਉਹ ਆਵਾਗਮਨ ਦੇ ਵਿੱਚ ਨੇ, ਕਿਉਂਕਿ ਕਾਲ ਜਿਹੜਾ ਵਾਰ-ਵਾਰ ਆਉਂਦਾ ਹੈ, ਦਿਨ ਰਾਤ ਜਿਹੜਾ ਵਾਰ-ਵਾਰ ਆਉਂਦਾ ਹੈ, ਪੌਣ ਜਿਹੜੀ ਇਹ ਰੁਕ ਜਾਂਦੀ ਹੈ, ਚੱਲ ਪੈਂਦੀ ਹੈ, ਰੁਕ ਜਾਂਦੀ, ਚੱਲ ਪੈਂਦੀ। ਇਸੇ ਤਰੀਕੇ ਬਗਲਾ ਦਰ ਤੱਕ ਪਹੁੰਚ ਜਾਂਦਾ ਹੈ, ਉਸ ਪ੍ਰਕਾਸ਼ ਦੇ ਉਹਨਾਂ ਜੁਗਤੀਆਂ ਦੇ ਸਨਮੁਖ ਹੋ ਜਾਂਦਾ ਹੈ, ਕਿਉਂਕਿ ਉਹ ਰੀਸ ਕਰਦਾ ਹੈ, ਉਹ ਚੋਰੀ ਕਰਦਾ ਹੈ। ਪਰ ਉਹਦੀ ਦ੍ਰਿਸ਼ਟੀ ਜਿਹੜੀ ਹੈ, ਉਹਦੇ ਵਿੱਚ ਦੁਬਿਧਾ ਹੁੰਦੀ ਹੈ, ਨਿੰਦਿਆ ਹੁੰਦੀ ਹੈ, ਇੱਕ ਦੂਜੇ ਦੀ ਪਰਥਿਆਏ, ਮਾੜੇ ਬਚਨ ਹੁੰਦੇ ਆ। ਸਤਿਗੁਰੂ ਦੇਖਦੇ ਨੇ ਵੀ ਇਹਨਾਂ ਸ਼ਬਦ ਦੀ ਕਮਾਈ ਨਹੀਂ ਕੀਤੀ, ਗਿਆਨ ਦੀ, ਗੁਰਮੰਤਰ ਦੀ, ਸਾਧੂਆਂ ਦੀ ਕਮਾਈ ਨਹੀਂ ਕੀਤੀ। ਇਹ ਦੁਬਿਧਾ ਦ੍ਰਿਸ਼ਟ ਦੇ ਵਿੱਚ ਇਸ ਦਰ 'ਤੇ ਆ ਗਿਆ, ਉਹਨੂੰ ਅੱਗੇ ਨਹੀਂ ਬੁਲਾਉਂਦਾ। ਇਸ ਕਰਕੇ ਉਹ ਕਰਮ ਕਰਦਾ ਹੈ ਅਤੇ ਯਤਨ ਕਰਦਾ ਹੈ ਕਿ ਮੈਂ ਸੱਚ ਦੇ ਵਿੱਚ ਸਮਾ ਜਾਵਾਂ, ਪਰ ਸਿਰਫ ਦਰ ਤੱਕ। ਦਰ ਤੋਂ ਅੱਗੇ ਘਰ ਵਿੱਚ ਉਹਨੂੰ ਬਗਲਿਆਂ ਨੂੰ ਨਹੀਂ ਬੁਲਾਇਆ ਜਾਂਦਾ। ਇਸ ਕਰਕੇ ਉਹ ਹੰਸ ਦੀ ਚਾਲ ਚੱਲਦੇ ਚੱਲਦੇ ਆਪ ਦੀ ਚਾਲ ਵੀ ਛੱਡ ਜਾਂਦੇ ਨੇ, ਅਤੇ ਆਪ ਦੀ ਚਾਲ ਨੂੰ ਭੁੱਲਣ 'ਤੇ ਉਹਨਾਂ ਨੂੰ ਕਹਿੰਦੇ ਡੁੱਬ ਮੂਏ ਬਗ ਬੱਪੜੇ, ਸਿਰ ਤਲ ਉੱਪਰ ਪਾਓ। ਸਿਰ ਥੱਲੇ ਕਰਕੇ, ਪੈਰ ਉੱਤੇ ਕਰਕੇ ਉਹਨਾਂ ਨੂੰ ਗਰਭ ਦੇ ਵਿੱਚ ਲਮਕਾ ਦਿੱਤਾ ਜਾਂਦਾ ਹੈ। ਕਿਉਂਕਿ ਮਹਾਰਾਜ ਨੇ ਕਿਹਾ ਵੀ ਉਸ ਦਰ ਉੱਪਰ ਤਾਂ ਬਹੁਤੇ ਨੇ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣਾ। ਦਰਸ਼ਨ ਉਹਦੇ ਬਹੁਤੇ ਕਰ ਰਹੇ ਆ। ਜੋਗੀ, ਯਤੀ, ਤਪੀ, ਸਤੀ ਇਹਨਾਂ ਦਰਸ਼ਨਾਂ ਤੱਕ ਪਹੁੰਚੇ, ਪਰ ਦਰਸ਼ਨ ਦੇਣ ਤੋਂ ਬਾਅਦ ਉਹਨਾਂ ਨੂੰ ਪ੍ਰਵਾਨਗੀ ਦੇ ਵਿੱਚ ਵਿਰਲੇ ਵਿਰਲੇ ਜੀਵ ਆਏ, ਜਿਨ੍ਹਾਂ ਨੇ ਸ਼ਬਦ ਗੁਰੂ ਦੀ, ਗੁਰਮੰਤਰ ਵਾਹਿਗੁਰੂ ਦੀ, ਹਰੀ ਰਾਮ ਅੱਲਾ ਦੀ ਕਮਾਈ ਕੀਤੀ, ਗਿਆਨ ਧਿਆਨ ਦੀ ਕਮਾਈ ਕੀਤੀ, ਅੰਮ੍ਰਿਤ ਰਸ ਪੀਤਾ। ਫਿਰ ਉਸ ਤੋਂ ਬਾਅਦ ਅਨਹਦ ਦੁਨੀਆਂ ਦੇ ਰੂਪੀ ਨਾਮ ਦੇ ਵਿੱਚ ਉਹ ਸਮਾ ਕੇ ਸੱਚ ਦੇ ਵਿੱਚ ਗਏ, ਉਹ ਤਾਂ ਪ੍ਰਵਾਨ ਹੋ ਗਏ। ਪਰ ਜਿਨ੍ਹਾਂ ਨੇ ਆਪ ਦੀ ਮੱਤ ਦੇ ਅਨੁਸਾਰ, ਮਨਮਤ ਦੇ ਅਨੁਸਾਰ ਸੱਚ ਨੂੰ ਪਾਉਣ ਦੀ ਕੋਸ਼ਿਸ਼ ਕੀਤੀ, ਅਤੇ ਮਹਾਰਾਜ ਕਹਿੰਦੇ ਸੇਵਕ ਸਿੱਖ ਸਭ ਪੂਜਣ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਆਉਂਦੇ ਸਾਰੇ ਹੀ ਆ, ਬੜੇ ਜੁਗਤੀਆਂ ਲਾਉਂਦੇ ਆ, ਬੜੇ ਅਭਿਆਸ ਕਰਦੇ ਆ, ਬੜਾ ਗਿਆਨ ਘੋਟਦੇ ਆ, ਪਰ ਕਹਿੰਦੇ ਗਾਵਿਆ ਸੁਣਿਆ ਤਿੰਨਾਂ ਕਾ ਹਰ ਥਾਂ ਪਾਵੈ, ਜਿਹਨਾਂ ਸਤਿਗੁਰ ਕੀ ਆਗਿਆ ਸਤ ਸਤ ਕਰਮਾਣੀ। ਜਿਹੜੇ ਸਤਿਗੁਰ ਦੇ ਹੁਕਮ ਵਿੱਚ ਆਏ, ਨਾਮ ਦੇ ਹੁਕਮ ਵਿੱਚ ਆਏ, ਸਾਧੂਆਂ ਦੇ ਹੁਕਮ ਦੇ ਵਿੱਚ ਆਏ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤਾ। ਸੋ ਜਦੋਂ ਅਸੀਂ ਬਗ ਦ੍ਰਿਸ਼ਟ ਦੇ ਨਾਲ ਇਹਨਾਂ ਦੇ ਦਰਸ਼ਨ ਕਰਨੇ ਚਾਹਵਾਂਗੇ, ਤਾਂ 1 ਮਿੰਟ, 2 ਮਿੰਟ, 10 ਮਿੰਟ ਉਹ ਦ੍ਰਿਸ਼ਟੀ ਟੁੱਟ ਗਈ। ਜਿਵੇਂ ਬਗਲੇ ਦੀ ਚਾਲ 2.5 ਮੀਲ ਦੀ ਹੈ। ਜਦੋਂ ਅਸੀਂ ਹੰਸ ਰੂਪ ਹੋ ਕੇ, ਪੂਰਨ ਭੇਤ ਲੈ ਕੇ, ਸ਼ਬਦ ਦੀ ਕਮਾਈ ਕਰਕੇ ਸੱਚ ਦੀ ਦਰਸ਼ਨ ਕਰਾਂਗੇ, ਫਿਰ ਸਾਡੀ 8 ਪੈਰ ਲਿਵ ਨਹੀਂ ਟੁੱਟੇਗੀ। ਲੰਮੀ ਚਾਲ ਚੱਲਦੇ ਜਾਵਾਂਗੇ, ਨਾਮ ਦੀ ਖੁਰਾਕ ਸਹਿਜ ਸੁਭਾਅ ਲੈਂਦੇ ਜਾਵਾਂਗੇ, ਥਕਾਵਟ ਤੋਂ ਉੱਪਰ ਉੱਠ ਜਾਵਾਂਗੇ। ਜਿੰਨੀ ਦੇਰ ਤੱਕ ਅਸੀਂ ਬਗ ਦ੍ਰਿਸ਼ਟ ਦੇ ਨਾਲ ਸੁਣਨ ਦੀ ਖੋਜ ਕਰਦੇ ਹਾਂ, ਥਕਾਵਟ ਵੀ ਹੁੰਦੀ ਹੈ, ਰਤਨ ਵੀ ਨਹੀਂ ਮਿਲਦੇ, ਅਤੇ ਸਭ ਤੋਂ ਵੱਡੀ ਗੱਲ, ਮਨ ਦੇ ਵਿਚਾਰ ਵੀ ਨਹੀਂ ਟੁੱਟਦੇ। ਮਨ 'ਚ ਦੁਬਿਧਾ ਵੀ ਆਈ ਜਾਂਦੀ ਹੈ, ਤ੍ਰਿਪਤੀ ਵੀ ਨਹੀਂ ਹੁੰਦੀ। ਇਹ ਵੀ ਨਹੀਂ ਵੀ ਅੱਗੇ ਹੁਣ ਕੀ ਹੋਵੇਗਾ, ਇਸ ਤੋਂ ਅਗਾਂਹ ਕੀ ਆ, ਜਾਂ ਨਾਮ ਕਿਵੇਂ ਮਨ 'ਚ ਵਸੇਗਾ, ਸੰਤੋਖ ਨਹੀਂ ਆਉਂਦਾ। ਫਿਰ ਤੁਸੀਂ ਸੇਵਾ ਕਰ ਰਹੇ ਹੋ, ਪਰ ਬਗ ਦ੍ਰਿਸ਼ਟੀ ਨਾਲ ਕਰ ਰਹੇ ਹੋ, ਬਗਲਾ ਦ੍ਰਿਸ਼ਟੀ ਨਾਲ ਤੁਸੀਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ।
ਤੇ ਮਹਾਰਾਜ ਨੇ ਕਿਹਾ ਸਰੋਵਰ ਨੂੰ ਬਗਲਾ ਵੀ ਦੇਖਦਾ, ਹੰਸ ਵੀ ਦੇਖਦਾ, ਤਾਰੀਆਂ ਉਹ ਵੀ ਲਾਉਂਦਾ, ਪਰ ਉਹਨਾਂ ਦੇ ਗੁਣਾਂ ਤੇ ਔਗੁਣਾਂ ਦੇ ਆਧਾਰ ਤੇ ਜੋ ਉਹਨਾਂ ਦੀ ਕਰਨੀ ਹੈ ਉਹਦੇ ਉੱਪਰ ਫੈਸਲਾ ਹੁੰਦਾ। ਇਸ ਤਰੀਕੇ ਜਦੋਂ ਪ੍ਰਚਾਰ ਨਾਮ ਸੱਚ ਦਾ ਹੋਇਆ, ਸਾਧੂ ਸੰਤਾਂ ਨੇ ਕੀਤਾ, ਉਸ ਪ੍ਰਚਾਰ ਦੇ ਅਨਰਥ ਕਰਕੇ ਮਨਮੁਖ ਵੀ ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਆ, ਪਰ ਮਹਾਰਾਜ ਕਹਿੰਦੇ ਨਹੀਂ, ਨਾਮ ਦਾ ਲਾਹਾ ਗੁਰਮੁਖ ਹੀ ਲੈ ਸਕਦੇ ਆ। ਗੁਰਮੁਖ ਜਿੱਤਦਾ, ਗੁਰਮੁਖ ਜੀਤ, ਮਨਮੁਖ ਸਦਹਾਰ। ਸੋ ਕੁਛ ਐਸੇ ਵੀ ਭਟਕੇ ਹੋਏ ਜੀਵ ਨੇ ਕਿ ਜੋ ਇਸ ਰਸਤੇ ਦੇ ਪਾਂਧੇ ਹੀ ਨਹੀਂ ਬਣੇ, ਉਹਨਾਂ ਦੀ ਦੁਨਿਆਵੀ ਅਵਸਥਾ ਫਿਰ ਬਹੁਤ ਜ਼ਿਆਦਾ ਨੀਚ ਗਿਣੀ ਗਈ ਹੈ। ਮੂੜ ਮੁਗਧ ਪਾਗਲਾਂ ਤੋਂ ਵੀ ਉਹਨਾਂ ਥੱਲੇ ਡਿੱਗਿਆ ਗਿਆ। ਸੋ ਇਸ ਕਰਕੇ ਤੁਸੀਂ ਇਹ ਚੈੱਕ ਕਰਨਾ ਕਿ ਹਜੇ ਬਗਲਾ ਦ੍ਰਿਸ਼ਟੀ ਨਾਲ ਸੱਚ ਦੀ ਸੇਵਾ ਕਰ ਰਹੇ ਹੋ ਜਾਂ ਹੰਸ ਦ੍ਰਿਸ਼ਟੀ ਬਣ ਗਈ। ਕਿੰਨਾ ਕੁ ਸਮਾਂ ਤੁਸੀਂ ਦਰ 'ਤੇ ਬੈਠਦੇ ਹੋ, ਕਿੰਨਾ ਕੁ ਸਮਾਂ ਤੁਸੀਂ ਮਾਲਕ ਦੇ ਸਨਮੁਖ ਰਹਿ ਕੇ, ਅਤੇ ਕੀ ਜਿੱਥੇ ਤੁਸੀਂ ਧਿਆਨ ਲਾਉਂਦੇ ਹੋ ਉਸ ਤੋਂ ਬਾਅਦ ਉਹਨਾਂ ਨੇ ਦਰ ਖੋਲ੍ਹ ਕੇ ਤੁਹਾਨੂੰ ਅੰਦਰ ਬੁਲਾ ਲਿਆ। ਉਹਦੀ ਕੀ ਨਿਸ਼ਾਨੀ ਹੈ ਜਦੋਂ ਦਰ ਖੋਲ੍ਹ ਕੇ ਅੰਦਰ ਬੁਲਾ ਲੈਂਦੇ ਨੇ? ਕਿਵੇਂ ਸਾਨੂੰ ਅੰਦਰ ਬੁਲਾ ਕੇ ਗੱਲਾਂ ਬਾਤਾਂ ਅੰਮ੍ਰਿਤ ਰਸ ਦਿੰਦੇ ਆ, ਵਿਚਾਰ ਕਰਦੇ ਆ, ਉਹ ਅਨਹਦ ਨਾਦ ਦੇ ਰੂਪ ਦੇ ਵਿੱਚ ਕਿਵੇਂ ਸਾਨੂੰ ਵਡਿਆਈ ਦਿੰਦੇ ਆ, ਇਹ ਅਸੀਂ ਦੇਖਣਾ ਕਿ ਅਸੀਂ ਹਜੇ ਸਿਰਫ ਦੁਬਿਧਾ ਦੇ ਵਿੱਚ, ਦ੍ਰਿਸ਼ਟ ਦੇ ਵਿੱਚ ਹੀ, ਜੇ ਸੱਚ ਦੀ ਅਸੀਂ ਸੇਵਾ ਕਰਦੇ ਹਾਂ, ਸਾਡੇ ਬਚਨ ਹਜੇ ਨਿੰਦਿਆ ਵਾਲੇ ਆ, ਸਾਡੇ ਬਚਨ ਹਜੇ ਦੁਬਿਧਾ ਵਾਲੇ ਆ, ਸਾਡੀ ਦ੍ਰਿਸ਼ਟੀ ਦੇ ਵਿੱਚੋਂ ਹੰਕਾਰ ਅਤੇ ਮੈਲ ਨਹੀਂ ਖਤਮ ਹੋਈ, ਸਾਡੀ ਦ੍ਰਿਸ਼ਟੀ ਦੇ ਵਿੱਚੋਂ ਸੱਚ ਦਾ ਸਹਿਜ ਨਹੀਂ ਪ੍ਰਗਟ ਹੋਇਆ, ਅਸੀਂ ਬਹੁਤੀ ਦੇਰ ਬੈਠ ਕੇ ਸੇਵਾ ਨਹੀਂ ਕਰ ਸਕਦੇ, ਅਸੀਂ ਨੇਤਰ ਖੁੱਲ੍ਹੇ ਆ ਬੰਦ ਆ, ਕਿੰਨਾ ਕੁ ਅਸੀਂ ਸੱਚ ਦੇ ਸਨਮੁਖ ਰਹਿ ਕੇ ਬੈਠਦੇ ਹਾਂ। ਸੋ ਇਹ ਸਾਡੀ ਸੇਵਾ 'ਤੇ ਨਿਰਭਰ ਕਰਦਾ ਹੈ। ਤਾਂ ਇਸ ਅਵਸਥਾ ਨੂੰ ਬਗਲੇ ਅਤੇ ਹੰਸ ਦੇ ਨਾਲ ਜੋੜ ਕੇ ਵੀ ਕਿਹੜੀ ਦ੍ਰਿਸ਼ਟੀ ਵਿੱਚ ਤੁਸੀਂ ਸੱਚ ਦੀ ਸੇਵਾ ਕਰਦੇ ਪਏ ਜੇ। ਅਤੇ ਜੇ ਹਜੇ ਬਗਲੀ ਦ੍ਰਿਸ਼ਟੀ ਵਿੱਚ ਹੀ ਆ ਵੀ ਸੇਵਾ ਕਰ ਰਹੇ ਹੋ, ਵਿਚਾਰ ਵੀ ਉਵੇਂ ਹੀ ਆ, ਅਤੇ ਉਹ ਫਿਰ ਮਹਾਰਾਜ ਕਹਿੰਦੇ ਆ ਵੀ ਇਹ ਬਗਲੇ ਦੇ ਕੰਮ ਆ। ਸਰੋਵਰ ਵਿੱਚ ਖੜ੍ਹਾ ਹੋਇਆ ਪਰ ਅੱਖ ਉਹਦੀ ਡੱਡੀ ਮੱਛੀ 'ਤੇ ਆ, ਇੱਕ ਦੂਜੇ ਨੂੰ ਮਾਰਨ ਕੁੱਟਣ ਦੇ ਵਿੱਚ ਆ। ਇਸ ਤਰ੍ਹਾਂ ਮਨਮੁਖ ਜਿਹੜਾ, ਜੇਕਰ ਉਹ ਭੁੱਲਾ ਭਟਕਾ ਦਰ 'ਤੇ ਚਲਾ ਵੀ ਜਾਵੇ ਅਤੇ ਉਹ ਸੇਵਾ ਨਹੀਂ ਕਰ ਸਕਦਾ, ਉਹਦੀ ਦੁਬਿਧਾ ਦ੍ਰਿਸ਼ਟ ਹੁੰਦੀ ਆ, ਉਹਦਾ ਪਦਾਰਥਾਂ 'ਚ ਧਿਆਨ ਹੁੰਦਾ, ਉਹਦਾ ਨਿੰਦਿਆ ਵਿੱਚ ਧਿਆਨ ਹੁੰਦਾ। ਰੀਸ ਉਹਨੇ ਕਰ ਲਈ ਆ ਪਰ ਰੀਸ ਪੂਰੀ ਨਹੀਂ ਹੁੰਦੀ। ਸੋ ਇਸ ਕਰਕੇ ਅਸੀਂ ਆਪ ਦੇ ਮਨ ਨੂੰ ਚੈੱਕ ਕਰਕੇ ਵਾਹਿਗੁਰੂ ਸ਼ਬਦ ਦੀ ਕਮਾਈ, ਗੁਰਬਾਣੀ ਗਿਆਨ ਦੀ ਕਮਾਈ, ਉਸ ਤੋਂ ਬਾਅਦ ਧਿਆਨ ਵਿੱਚ ਜਾ ਕੇ ਜਿਹੜੀ ਅਨਹਦ ਸ਼ਬਦ ਬਾਣੀ ਪ੍ਰਗਟ ਹੁੰਦੀ ਹੈ, ਉਹਨਾਂ ਸ਼ਬਦਾਂ ਦੀ ਕਮਾਈ, ਉਹਨਾਂ ਨੂੰ ਸੁਣ ਕੇ ਫਿਰ ਜਿਵੇਂ ਸਾਡਾ ਮਨ ਨਿਰਮਲ ਹੋਏਗਾ ਅਤੇ ਸਹਿਜ ਸੁਭਾਅ ਹੀ ਸਤਿਗੁਰ ਸਾਨੂੰ ਆਵਾਜ਼ ਮਾਰ ਕੇ ਦਰ ਖੋਲ੍ਹ ਕੇ ਖੋਲ੍ਹ ਕਵਾੜਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਉਸ ਅਵਸਥਾ ਦੇ ਵਿੱਚ ਲੈ ਜਾਣਗੇ। ਗੁਰੂ ਸਾਹਿਬ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।